ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਅੱਜ 162ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਮਾਲਾ ਮਹੱਲਾ ਪੰਜਵਾਂ। ਉਬਰਤ ਰਾਜਾ ਰਾਮ ਕੀ ਸਰਨੀ, ਸਰਬ ਲੋਕ ਮਾਇਆ ਕੇ ਮੰਡਲ, गिर गिर परते तरनी रहाओ। उबरत राजा राम की सरनी, सर्ब लोक माया के मंडल, गिर गिर परते तरनी रहाओ। शास्त्र सिमरत वेद बचारे, महापुरखन यो कया, बिन हर भजन नाई निस्तारा, सुख न कब कन्नू लया। तीन भवन की लक्ष्मी जोरी, बूझत नाही लहरे, बिन हर भगत कहाँ थित पावे, फिर तो पैरे पैरे। नेक बिलास करत मन मोहन, पूरन होत न कामा, जलतो कबू न बूझत, सगल बिरथे जलतो कबू न बूझत, सगल बिरथे बिन नामा। हर के नाम जपो मेरे मीता, यह सार सुख पूरा। साध संगत जन्म मरण निवारे, नानक जन की तूरा। हर का नाम जपो मेरा मीता, यह सार सुख पूरा। साध संगत जन्म मरण निवारे, नानक जन की तूरा। इस शब्द विच गुरु जी सानू दसदे हन कि गुरमुखो, जिस तरह इस पंक्ति च गुरु जी कहते हैं, उबरत राजा राम की सरनी, भाव परमेश्वर रूप राजा राम वाहिगुरू दी गुरशब्द गुरबाणी नाम सिमरन रूप शरनी पिया ही असी इस भाव सागर तो तरना है जी, तर सकते हाँ जी। फिर गुरु जी कहते हैं सारे लोग माया दे मंडलों, भाव माया दे चक्रां विच ही रुचे होए हाँ जी, समुदाए होए हाँ जी। फिर गुरु जी कहते हैं जेड़े के गिर गिर परते धरनी, भाव डिग डिग के धरती ते डिगदे रहंदे हाँ जी। भाव ਉਹ ਮਾयावी ਵਿਕਾਰਾਂ ਵਿੱਚ ਫਸੇ ਰਹਿੰਦੇ ਹਨ ਜੀ ਅਤੇ ਜਨਮ ਮਰਨ ਦੇ ਚੱਕਰ ਵਿੱਚ ਪੈ ਰਹਿੰਦੇ ਹਨ ਜੀ ਅਤੇ ਕਈ ਜੂਨਾਂ ਵਿੱਚ ਆਉਂਦੇ ਜਾਂਦੇ ਰਹਿੰਦੇ ਹਨ ਜੀ। ਗਿਰ ਗਿਰ ਪਰਤੇ ਧਰਨੀ, ਭਾਵ ਇਸ ਸੰਸਾਰ ਸਾਗਰ ਵਿੱਚ ਆਉਂਦੇ ਜਾਂਦੇ ਰਹਿੰਦੇ ਹਨ ਜੀ, ਜਨਮ ਮਰਨ ਦੇ ਚੱਕਰ 'ਚ ਪੈ ਰਹਿੰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖੋ, ਅਸੀਂ ਸਾਰੇ ਸ਼ਾਸਤਰ ਸਿਮਰਤੀਆਂ ਵੇਦ ਵਿਚਾਰ ਕੇ ਵੇਖ ਲਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਤੇ ਮਹਾਂਪੁਰਖਾਂ, ਭਾਵ ਇਹੋ ਕਿਹਾ ਭਾਵ ਗੁਰੂਆਂ ਨੇ ਵੀ ਅਤੇ ਮਹਾਂਪੁਰਖਾਂ ਨੇ ਵੀ ਸਾਨੂੰ ਇਹ ਹੀ ਦੱਸਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਪਰਮੇਸ਼ਰ ਹਰੀ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਤੋਂ ਬਿਨਾਂ ਇਸ ਭਵਜਲ ਜਗਤ ਸੰਸਾਰ ਤੋਂ ਕਿਸੇ ਦਾ ਨਿਸਤਾਰਾ ਨਹੀਂ ਹੋਣਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਤੇ ਨਾ ਹੀ ਕਿਸੇ ਨੇ ਵੀ ਕਦੀ ਆਤਮਿਕ ਸੁੱਖ ਪ੍ਰਾਪਤ ਕੀਤਾ ਹੈ ਜੀ। तीन लोक की लक्ष्मी जोरी, बूझत नाही लहरे। फिर गुरु जी कहते हैं ਅਤੇ ਕਈਆਂ ਨੇ ਤਿੰਨਾਂ ਜੂਨਾਂ ਤੱਕ ਦੀ ਦੌਲਤ, ਧਨ, ਪਦਾਰਥ ਇਕੱਠੇ ਬੇਅੰਤ ਪਦਾਰਥ ਇਕੱਠੇ ਕਰ ਲਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਤਾਂ ਵੀ ਉਹਨਾਂ ਦੀ ਤ੍ਰਿਸ਼ਨਾ ਰੂਪੀ ਲਹਿਰ, ਭਾਵ ਉਹਨਾਂ ਦੀਆਂ ਤ੍ਰਿਸ਼ਨਾਵਾਂ ਨਹੀਂ ਬੁਝਦੀਆਂ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਸ ਪਰਮੇਸ਼ਰ ਹਰੀ ਦੀ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੀ ਭਗਤੀ ਤੋਂ ਬਿਨਾਂ ਕਿੱਥੇ ਟਿਕਾਅ ਆ ਸਕਦਾ ਹੈ ਜੀ। ਭਾਵ ਇਹ ਸੰਭਵ ਹੀ ਨਹੀਂ ਹੈ ਜੀ, ਨਹੀਂ ਆ ਸਕਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸਗੋਂ ਉਹ
ਦੌਲਤ ਦੀ ਰਾਖੀ ਕਰਨ ਲਈ ਪਹਿਰਾ ਹੀ ਪਹਿਰਾ ਦਿੰਦੇ ਰਹਿੰਦੇ ਹਨ ਜੀ। ਭਾਵ ਕਹਾ ਥਿਤ ਪਾਵੇ ਫਿਰ ਤੋਂ ਪਹਿਰੇ ਪਹਿਰੇ। ਭਾਵ ਉਹ ਹਰ ਪੈਰ ਜਾਗਦੇ ਆਪਣੀ ਮਾਇਆ ਦੀ ਚਿੰਤਾ 'ਚ ਹੀ ਰਹਿੰਦੇ, ਭਟਕਦੇ ਰਹਿੰਦੇ ਹਨ ਜੀ, ਚਿੰਤਾ 'ਚ ਰਹਿੰਦੇ ਹਨ ਜੀ। ਉਹਨਾਂ ਨੂੰ ਕਿੱਥੇ ਟਿਕਾ ਆਉਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਮੁਖੋ ਅਸੀਂ ਆਪਣੇ ਮਨ ਨੂੰ ਮੋਹਣ ਵਾਲੇ ਅਨੇਕ ਭੋਗ ਵਿਲਾਸ ਕਰਦੇ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰੰਤੂ ਉਸ ਦੇ ਵਿਖੇ ਵਾਸ਼ਨਾ ਵਾਲੇ ਕੰਮ ਕਦੀ ਪੂਰੇ ਨਹੀਂ ਹੁੰਦੇ ਜੀ। ਭਾਵ ਤ੍ਰਿਪਤੀ ਨਹੀਂ ਹੁੰਦੀ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹ ਸਦਾ ਸਰਦਾ ਬਲਦਾ ਰਹਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਤੇ ਉਹਨਾਂ ਦੀ ਤ੍ਰਿਸ਼ਨਾ ਰੂਪ ਅੱਗ ਕਦੀ ਵੀ ਨਹੀਂ, ਭੁੱਖ ਕਦੀ ਵੀ ਨਹੀਂ ਬੁਝਦੀ। ਭਾਵ ਕਦੀ ਉਹਨਾਂ ਦੀ ਤ੍ਰਿਸ਼ਨਾ ਰੂਪ ਭੁੱਖ ਕਦੀ ਨਹੀਂ ਖਤਮ ਹੁੰਦੀ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਸ ਦੇ ਸਾਰੇ ਭੋਗ ਵਿਲਾਸ ਅਤੇ ਮਾਇਆਵੀ ਵਿਕਾਰ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਤੋਂ ਬਿਨਾਂ ਸਭ ਵਿਅਰਥ ਹੀ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਮੇਰੇ ਗੁਰਮੁਖ ਮਿੱਤਰੋ, ਤੁਸੀਂ ਪਰਮੇਸ਼ਰ ਹਰੀ ਦਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨੂੰ ਜਪੋ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਹੋ ਹੀ ਸ੍ਰੇਸ਼ਟ, ਇਸ ਦੇ ਵਿੱਚ ਹੀ, ਭਾਵ ਇਸ ਦੇ ਵਿੱਚ ਹੀ ਸ੍ਰੇਸ਼ਟ ਤੇ ਆਤਮਿਕ ਸੁੱਖ, ਪੂਰਾ ਸੁੱਖ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਹੜੇ ਗੁਰਮੁਖ ਸਾਧ ਸੰਗਤ ਰੂਪ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਆਪਣੇ ਜਨਮ ਮਰਨ ਨੂੰ ਨਿਵਾਰ, ਭਾਵ ਖਤਮ ਕਰ ਲੈਂਦੇ ਹਨ ਜੀ, ਸੁਧਾਰ ਲੈਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਜਿਹੇ ਗੁਰਮੁਖਾਂ ਦੀ ਚਰਨ ਧੂੜ ਮੰਗਣੀ ਚਾਹੀਦੀ ਹੈ ਜੀ। ਭਾਵ ਅਜਿਹੇ ਜੋ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨਾਲ ਜੁੜੇ ਹੋਏ ਹਨ ਜੀ, ਗੁਰੂ ਜੀ ਕਹਿੰਦੇ ਹਨ, ਇਹੋ ਜਿਹੇ ਗੁਰਮੁਖਾਂ ਦਾ ਸਾਧ ਸੰਗਤ ਕਰਨੀ ਚਾਹੀਦੀ ਹੈ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਇਸ ਸੰਸਾਰ ਵਿੱਚ ਆ ਕੇ ਸਾਡਾ ਮਨ ਮਾੜੀ ਤੇ ਚੰਗੀ ਚੀਜ਼ ਦੇ ਵਹਿਣਾਂ ਵਿੱਚ ਪਿਆ ਰਹਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਸ ਮਨ ਨੂੰ ਮਾੜੀ ਨਾਲ ਬਹੁਤ ਪਿਆਰ ਹੈ ਜੀ। ਇਹ ਇਹਦਾ ਨੈਚੁਰਲ, ਉਹ ਕਹਿੰਦੇ ਨਾ, ਸੁਭਾਅ ਹੈ ਜੀ, ਕੁਦਰਤੀ ਸੁਭਾਅ ਹੈ ਜੀ। ਫਿਰ ਗੁਰੂ ਜੀ ਕਹਿੰਦੇ, ਜਦੋਂ ਤੱਕ ਜੀਵ ਚੰਗੇ ਮੰਦੇ ਦੀ ਸਮਝ ਵਿੱਚ ਹੈ ਜੀ, ਫਿਰ ਗੁਰੂ ਜੀ ਕਹਿੰਦੇ ਹਨ, ਉਹ ਇਹਨਾਂ ਚੱਕਰਾਂ ਵਿੱਚ, ਭਾਵ ਮਾਇਆਵੀ ਵਿਕਾਰਾਂ ਵਿੱਚ ਪਿਆ ਰਹਿੰਦਾ ਹੈ ਜੀ, ਫਸਿਆ ਰਹਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮਾਇਆ ਦਾ ਮੰਡਲ ਬਹੁਤ ਹੀ ਵਿਸ਼ਾਲ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੇ ਜੀਵ ਤਿੰਨਾਂ ਲੋਕਾਂ ਦੇ ਪਦਾਰਥ, ਭੋਗ, ਰੰਗ, ਰੂਪ ਤੇ ਰਸ, ਧਨ, ਮਾਲ ਆਦਿ ਇਕੱਠਾ ਕਰ ਲਵੇ ਜੀ, ਫਿਰ ਗੁਰੂ ਜੀ ਕਹਿੰਦੇ ਤਾਂ ਵੀ ਇਸ ਦੀ ਭੁੱਖ ਖਤਮ ਨਹੀਂ ਹੋਣੀ ਜੀ, ਇਸ ਨੂੰ ਫੇਰ ਵੀ ਤ੍ਰਿਪਤੀ ਨਹੀਂ ਹੋ ਸਕਦੀ ਜੀ। ਸੋ ਸਿਧਾਂਤ ਇਹ ਹੈ ਜੀ ਕਿ ਮਾਇਆਵੀ ਵਿਕਾਰਾਂ ਦਾ ਸੰਗ ਛੱਡ ਕੇ ਕਾਬੂ ਵਿੱਚ ਪਾ ਕੇ, ਕਿਸ ਤਰ੍ਹਾਂ ਕਾਬੂ 'ਚ ਪਾਉਣਾ ਹੈ ਜੀ? ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨਾਲ ਲੱਗ ਕੇ ਪਰਮੇਸ਼ਰ ਮਾਲਕ ਦੀ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਰੂਪ ਸ਼ਰਨੀ ਪਏ ਤੇ ਨਾਮ ਲੈ ਬਿਨਾਂ ਸਦਾ ਲਈ ਸੁੱਖ ਤਾਂ ਹੀ ਨਿਵਾਰਾ ਹੈ ਜੀ, ਨਹੀਂ ਤੇ ਨਾਮ ਲੈ ਬਿਨਾਂ ਸਦਾ ਲਈ ਸੁੱਖ ਕਦੀ ਨਹੀਂ ਮਿਲ ਸਕਦਾ ਜੀ। ਫਿਰ ਗੁਰੂ ਜੀ ਕਹਿੰਦੇ ਨੇ, ਇਸ ਲਈ ਅੰਤ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਜਪਣ ਦੀ ਪ੍ਰੇਰਨਾ ਦਿੱਤੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੇ ਕਦੇ
ਸਾਡੇ ਵਾਸਤੇ, ਜੋ ਕਿ ਸਾਡੇ ਵਾਸਤੇ ਸ਼ੇਸ਼ ਸੁੱਖ, ਉੱਤਮ ਸੁੱਖ, ਆਤਮਕ ਸੁੱਖ ਦਾ ਪ੍ਰਤੀਕ ਹੈ ਜੀ। ਫਿਰ ਗੁਰੂ ਜੀ ਕਹਿੰਦੇ ਨੇ ਕਿ ਕਿਉਂਕਿ ਕੇਵਲ ਅਤੇ ਕੇਵਲ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਜੀਵ ਦੇ ਜਨਮ ਮਰਨ ਦਾ ਬੰਧਨ ਕੱਟ ਦਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸਾਰੇ ਮਹਾਂਪੁਰਸ਼ ਅਤੇ ਸਾਡੇ ਗੁਰੂਆਂ ਨੇ ਵੀ ਸਾਨੂੰ ਇਹੀ ਉਪਦੇਸ਼ ਦਿੱਤਾ ਹੈ ਜੀ ਕਿ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਤੋਂ ਬਿਨਾਂ ਨਾ ਸ਼ਾਂਤੀ ਪ੍ਰਾਪਤ ਹੋ ਸਕਦੀ ਹੈ ਜੀ, ਨਾ ਮਾਇਆਵੀ ਤ੍ਰਿਸ਼ਨਾਵਾਂ ਕਾਬੂ 'ਚ ਆ ਸਕਦੀਆਂ ਹਨ ਜੀ, ਅਤੇ ਨਾ ਹੀ ਸਾਡਾ ਇਸ ਜਗਤ ਸੰਸਾਰ ਤੋਂ ਨਿਸਤਾਰਾ ਹੋ ਸਕਦਾ ਹੈ ਜੀ। ਜਿਸ ਤਰ੍ਹਾਂ ਇਸ ਸ਼ਬਦ ਇਹਨਾਂ ਪੰਕਤੀਆਂ 'ਚ ਗੁਰੂ ਜੀ ਸਾਨੂੰ ਕਹਿੰਦੇ ਹਨ, ਹਰ ਕਾ ਨਾਮ ਜਪੋ ਮੇਰਾ ਮੀਤਾ, ਇਹ ਸਾਰ ਸੁਖ ਪੂਰਾ। ਹਰ ਕਾ ਨਾਮ ਜਪੋ ਮੇਰਾ ਮੀਤਾ, ਇਹ ਸਾਰ ਸੁਖ ਪੂਰਾ। ਸਾਧ ਸੰਗਤ ਜਨਮ ਮਰਨ ਨਿਵਾਰੇ, ਨਾਨਕ ਜਨ ਕੀ ਧੂਰਾ। ਸਾਧ ਸੰਗਤ ਜਨਮ ਮਰਨ ਨਿਵਾਰੇ, ਨਾਨਕ ਜਨ ਕੀ ਧੂਰਾ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।